ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ। ਸੁਖ ਦੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਹਰਖ ਸੋਗ ਤੇ ਰਹਿ ਅਤੀਤਾ, ਤਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਕੁੱਲ ਕਾਇਨਾਤ ਦੇ ਮਾਲਕ, ਕਲ ਯੁਗ ਕੇ ਬੋਹਿਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦਾ ਸ਼ੁਕਰਾਨਾ ਕਰੀਏ, ਜਿਨ੍ਹਾਂ ਦੀ ਅਪਾਰ ਰਹਿਮਤ ਦੇ ਸਦਕਾ ਹੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸਤ ਸੰਗਤ, ਇਹ ਸਾਧ ਸੰਗਤ ਦੀਆਂ ਜਿਹੜੀਆਂ ਘੜੀਆਂ ਨੇ ਨਾ, ਸਾਹਿਬ ਜੀ ਕਹਿੰਦੇ ਇਹ ਵੱਡਿਆਂ ਭਾਗਾਂ ਦੇ ਨਾਲ ਹੀ ਨਸੀਬ ਹੁੰਦੀਆਂ ਨੇ। ਜਿਸ ਨੂੰ ਇਹ ਘੜੀ, ਇਹ ਸਾਧ ਸੰਗਤ ਨਸੀਬ ਹੋਈ, ਤੇ ਜੇਕਰ ਕਿਤੇ ਉਹ ਇਸ ਸਮੇਂ ਨੂੰ ਸੰਭਾਲ ਲਏ, ਆਪਣੇ ਮਨ ਨੂੰ ਗੁਰੂ ਸ਼ਬਦ ਨਾਲ, ਗੁਰੂ ਚਰਨਾਂ ਦੇ ਨਾਲ ਜੋੜ ਕੇ ਇੱਕ ਮਨ ਹੋ ਕੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਏ, ਤਾਂ ਉਸ ਨੂੰ ਇਹ ਪ੍ਰਾਪਤ ਹੋਇਆ ਸਮਾਂ ਸਫਲ ਹੋ ਜਾਏਗਾ। ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਈਏ, ਨਾਲ ਹੀ ਅਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ ਕਿਤੇ ਇਹ ਮਨ ਜੁੜ ਜਾਏ। ਜੁੜ ਕੇ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਦੇ ਅਨੁਸਾਰ 34ਵਾਂ ਸਲੋਕ, ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਇਹ ਵਿਚਾਰ ਕਰ ਅਤੇ ਸੁਣ ਸਕੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਬੜੀ ਕੋਸ਼ਿਸ਼ ਕੀਤੀ ਪਰ ਮਨ ਦਾ ਮਾਨ ਨਹੀਂ ਮਿਟਿਆ। ਮਾਨ ਦਾ ਮਤਲਬ ਹੈ ਸਾਧ ਸੰਗਤ, ਹੰਕਾਰ, ਈਗੋ। ਪਤਾ ਨਹੀਂ ਕਿਹੜੀ ਭੈੜੀ ਮੱਤ ਗ੍ਰਹਿਣ ਕਰ ਲਈ ਹੈ ਕਿ ਇਹਦੇ ਕੋਲੋਂ ਛੁਟਕਾਰਾ ਹੋ ਹੀ ਨਹੀਂ ਪਾ ਰਿਹਾ। ਫਿਰ ਬੇਨਤੀ ਕੀਤੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਰਾਖ ਲਿਓ ਭਗਵਾਨ, ਹੇ ਮੇਰੇ ਮਾਲਕ ਤੂੰ ਹੀ ਕਿਰਪਾ ਕਰਕੇ ਰੱਖ। ਇਹ ਹਉਮੈ ਦਾ ਰੋਗ ਬੜਾ ਭਿਆਨਕ ਹੈ। ਦੁਨੀਆ ਦੇ ਵਿੱਚ ਸਰੀਰਕ ਰੋਗ, ਮਾਨਸਿਕ ਰੋਗ ਆਮ ਲੋਕਾਂ ਦੀ ਸਮਝ ਦੇ ਵਿੱਚ ਆ ਜਾਣ ਵਾਲੇ ਨੇ। ਸਰੀਰ ਨੂੰ ਕੋਈ ਰੋਗ ਲੱਗਾ ਹੋਏ, ਇਨਸਾਨ ਡਾਕਟਰ ਦੇ ਕੋਲ ਜਾਏਗਾ। ਸਪੋਜ਼ ਕਰ ਲਓ ਫਲੂ ਹੋ ਗਿਆ, ਪਤਾ ਲੱਗ ਗਿਆ ਕਿ ਮੈਨੂੰ ਫਲੂ ਹੈ, ਦਵਾਈ ਲੈਣ ਵਾਸਤੇ, ਮੈਡੀਸਿਨ ਲੈਣ ਵਾਸਤੇ ਡਾਕਟਰ ਦੇ ਕੋਲ ਆਪਣੇ ਆਪ ਚਲਾ ਜਾਏਗਾ। ਬੁਖਾਰ ਹੋ ਗਿਆ, ਡਾਕਟਰ ਦੇ ਕੋਲ ਜਾਏਗਾ। ਸਰੀਰ ਦੇ ਅੰਦਰ ਕੋਈ ਹੋਰ ਰੋਗ ਪੈਦਾ ਹੋ ਗਿਆ ਹੈ, ਉਸ ਰੋਗ ਦੇ ਇਲਾਜ ਦੇ ਲਈ ਡਾਕਟਰ ਦੇ ਕੋਲ ਜ਼ਰੂਰ ਜਾਏਗਾ। ਕੁਝ ਰੋਗ ਹੁੰਦੇ ਨੇ ਜਿਨ੍ਹਾਂ ਦੀ ਸਮਝ ਇਨਸਾਨ ਨੂੰ ਪੈ ਜਾਂਦੀ ਹੈ। ਸਿਰ ਦਰਦ ਹੋ ਰਿਹਾ, ਪਤਾ ਲੱਗ ਰਿਹਾ ਕਿ ਸਿਰ ਦਰਦ ਹੈ। ਨੱਕ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ, ਮਤਲਬ ਹੈ ਕਿ ਫਲੂ ਹੋਇਆ ਪਿਆ ਹੈ। ਪਰ ਕੁਝ ਰੋਗ ਐਸੇ ਹੁੰਦੇ ਨੇ ਜਿਨ੍ਹਾਂ ਬਾਰੇ ਇਨਸਾਨ ਨੂੰ ਆਪਣੇ ਆਪ ਪਤਾ ਨਹੀਂ ਲੱਗਦਾ। ਉਹ ਡਾਕਟਰ ਦੇ ਕੋਲ ਜਦੋਂ ਜਾ ਕੇ ਸਿੰਪਟਮਸ ਦੱਸਦਾ ਹੈ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਪਿਆ ਹੈ, ਤਾਂ ਉਹਨਾਂ ਸਿੰਪਟਮਸ ਨੂੰ ਦੇਖ ਕੇ, ਸੁਣ ਕੇ ਉਹ ਡਾਕਟਰ ਜਿਹੜਾ ਦੱਸੇਗਾ ਕਿ ਤੈਨੂੰ ਇਹ ਰੋਗ ਹੋਇਆ ਪਿਆ ਹੈ। ਫਿਰ ਵੀ ਕਨਫਰਮ ਕਰਨ ਵਾਸਤੇ ਡਾਕਟਰ ਕੁਝ ਟੈਸਟ ਵੀ ਲਿਖ ਕੇ ਦੇਗਾ। ਕੁਝ ਸਕੈਨਸ ਹੋਣਗੇ, ਕੁਝ ਬਲੱਡ ਟੈਸਟ ਹੋਏਗਾ। ਉਹਦੇ ਅਕੋਰਡਿੰਗਲੀ ਫਿਰ ਡਾਕਟਰ ਦੱਸੇਗਾ ਕਿ ਤੁਹਾਨੂੰ ਇਹ ਰੋਗ ਹੈ। ਤੇ ਜਿਹੜਾ ਵੀ ਰੋਗ ਹੋਏਗਾ ਉਹਦੀ ਮੈਡੀਸਿਨ ਡਾਕਟਰ ਦੇਗਾ। ਕੁਝ ਸਮਾਂ ਤੁਹਾਨੂੰ ਦਵਾਈ ਖਾਣੀ ਪਏਗੀ, ਠੀਕ ਹੋ ਜਾਓਗੇ। ਸਰੀਰਕ ਰੋਗ। ਮਾਨਸਿਕ ਰੋਗ ਵਾਸਤੇ ਤੁਹਾਨੂੰ ਕਿਸੇ ਸਾਈਕੈਟਰਿਸਟ ਦੇ ਕੋਲ ਜਾਣਾ ਪਏਗਾ। ਉਹ ਤੁਹਾਡਾ ਮੁਆਇਨਾ ਕਰੇਗਾ, ਤੁਹਾਨੂੰ ਦੇਖੇਗਾ ਕਿ ਤੁਹਾਡੀ ਦਿਮਾਗੀ ਹਾਲਤ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਤੁਸੀਂ ਸੋਚਦੇ ਹੋ, ਕਿਸੇ ਵੀ ਵਸਤੂ ਨੂੰ, ਕਿਸੇ ਵੀ ਪਦਾਰਥ ਨੂੰ ਦੇਖਣ ਦਾ ਤੁਹਾਡਾ ਪੁਆਇੰਟ ਆਫ ਵਿਊ, ਨਜ਼ਰੀਆ ਕਿਸ ਤਰ੍ਹਾਂ ਦਾ ਹੈ। ਉਹ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਹਾਡਾ ਇਲਾਜ ਸਟਾਰਟ ਕਰੇਗਾ। ਸਾਧ ਸੰਗਤ, ਸਰੀਰਕ ਤੌਰ ਤੇ ਕੋਈ ਰੋਗ ਲੱਗਾ ਏ, ਮਾਨਸਿਕ ਤੌਰ ਤੇ ਕੋਈ ਰੋਗ ਲੱਗਾ ਏ, ਦੁਨੀਆ ਦੇ ਵਿੱਚ ਡਾਕਟਰ ਬੇਸ਼ੁਮਾਰ ਮੌਜੂਦ ਨੇ। ਇੱਕ ਦੇ ਕੋਲੋਂ ਇਲਾਜ ਨਹੀਂ ਹੋ ਰਿਹਾ, ਇੱਕ ਦੇ ਕੋਲੋਂ ਆਰਾਮ ਨਹੀਂ ਮਿਲ ਰਿਹਾ, ਇਨਸਾਨ ਦੂਜੇ ਦੇ ਕੋਲ ਚਲਾ ਜਾਂਦਾ ਹੈ। ਦੂਜੇ ਦੇ ਕੋਲ ਨਹੀਂ ਮਿਲਿਆ, ਕਿਸੇ ਨੇ ਦੱਸ ਦਿੱਤਾ ਕਿ ਫਲਾਣੇ ਸ਼ਹਿਰ ਦੇ ਵਿੱਚ ਬੜਾ ਸਿਆਣਾ ਡਾਕਟਰ ਹੈ, ਉਹ ਇਲਾਜ ਕਰੇਗਾ, ਉਹਦੇ ਕੋਲੋਂ ਵੀ ਦਵਾਈ ਲੈ ਲਈ ਜਾਂਦੀ ਹੈ। ਕਹਿਣ ਦਾ ਮਤਲਬ ਕਿ ਸਰੀਰਕ ਤੌਰ ਤੇ ਰੋਗ ਲੱਗਾ ਹੋਏ ਅਨੇਕਾਂ ਡਾਕਟਰ ਇਸ ਦੁਨੀਆ ਦੇ ਵਿੱਚ ਮੌਜੂਦ ਨੇ, ਅਸੀਂ ਉਹਨਾਂ ਦੇ ਕੋਲ ਜਾ ਕੇ ਆਪਣਾ ਇਲਾਜ ਕਰਾਉਂਦੇ ਹਾਂ। ਕਿਤੇ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਿਓ। ਸਤਿਗੁਰੂ ਜੀ ਕਹਿੰਦੇ ਕਿ ਮੇਰਾ ਵੀ ਇਲਾਜ ਕਰਨ ਵਾਸਤੇ ਡਾਕਟਰ ਆਇਆ। ਕਿਤੇ ਖਿਆਲ ਕਰਿਓ, ਤਲਵੰਡੀ ਦੀ ਧਰਤੀ ਜੋ ਪਾਕਿਸਤਾਨ ਦੇ ਵਿੱਚ, ਜਿਸ ਨੂੰ ਆਪਾਂ ਨਨਕਾਣਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ, ਉੱਥੇ ਆਪਣੀ ਸੁਰਤ ਨੂੰ ਲੈ ਕੇ ਜਾਈਏ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਘਰ ਦੇ ਕੰਮ ਦੇ ਵਿੱਚ ਉਹਨਾਂ ਦਾ ਚਿੱਤ ਨਹੀਂ ਲੱਗ ਰਿਹਾ। ਘਰ ਤੋਂ ਬਾਹਰ ਚਲੇ ਜਾਂਦੇ ਨੇ, ਆਰਾਮ ਦੇ ਨਾਲ ਬਾਹਰ ਕਿਤੇ ਜਾ ਕੇ ਬੈਠੇ ਰਹਿੰਦੇ ਨੇ। ਘਰ ਦੇ ਵਿੱਚ ਆਣ ਕੇ ਗੱਲ ਵੀ ਬਹੁਤ ਘੱਟ ਕਰਦੇ ਨੇ। ਮਾਤਾ ਤ੍ਰਿਪਤਾ ਜੀ ਬੜੇ ਉਦਾਸ ਨੇ, ਚਿੰਤਤ ਨੇ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਲੱਗਦਾ ਬਿਮਾਰ ਹੋ ਗਿਆ ਹੈ। ਜਿਸ ਤਰ੍ਹਾਂ ਦੇ ਉਹਨਾਂ ਦੇ ਐਕਸ਼ਨਸ ਨੇ, ਜਿਸ ਤਰ੍ਹਾਂ ਦਾ ਉਹਨਾਂ ਦਾ ਬਿਹੇਵੀਅਰ ਹੈ ਪਰਿਵਾਰ ਦੇ ਵਿੱਚ, ਉਹਨੂੰ ਦੇਖ ਕੇ ਮਾਤਾ ਤ੍ਰਿਪਤਾ ਜੀ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਬਿਮਾਰ ਹੋ ਗਿਆ ਹੈ। ਪਿਤਾ ਕਾਲੂ ਜੀ ਨੂੰ ਦੱਸਿਆ ਕਿ ਨਾਨਕ ਬਿਮਾਰ ਹੈ ਤੇ ਇਹਦਾ ਇਲਾਜ ਕਰਾਉਣਾ ਚਾਹੀਦਾ ਹੈ। ਪਿਤਾ ਕਾਲੂ ਜੀ ਇੱਕ ਵੈਦ ਨੂੰ ਲੈ ਕੇ ਆਏ, ਇੱਕ ਡਾਕਟਰ ਨੂੰ ਲੈ ਕੇ ਆਏ। ਜਦੋਂ ਡਾਕਟਰ ਆਇਆ ਤੇ ਬੇਸਿਕਲੀ ਨੈਚੁਰਲੀ ਕੀ ਕਰੇਗਾ ਡਾਕਟਰ? ਜਦੋਂ ਆਪਾਂ ਵੀ ਕਿਸੇ ਡਾਕਟਰ ਦੇ ਕੋਲ ਜਾਂਦੇ ਹਾਂ, ਸਾਡੀ ਪਲਸ ਚੈੱਕ ਕਰੇਗਾ। ਉਹ ਨਬਜ਼, ਪੰਜਾਬੀ 'ਚ ਨਬਜ਼ ਕਹਿੰਦੇ ਨੇ, ਉਹ ਨਬਜ਼ ਚੈੱਕ ਕਰੇਗਾ। ਤੇ ਉਸ ਹਕੀਮ ਨੇ ਆ ਕੇ ਵੀ ਗੁਰੂ ਨਾਨਕ ਸਾਹਿਬ ਦੀ ਪਲਸ ਚੈੱਕ ਕਰਨੀ ਸ਼ੁਰੂ ਕੀਤੀ ਤੇ ਗੁਰੂ ਨਾਨਕ ਸਾਹਿਬ ਮੁਸਕਰਾ ਪਏ। ਬਚਨ ਪੜ੍ਹਿਓ ਗੁਰੂ ਨਾਨਕ ਸਾਹਿਬ ਦਾ। ਕਹਿੰਦੇ
ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ। ਡਾਕਟਰ ਨੇ, ਉਸ ਹਕੀਮ ਨੇ ਗੁਰੂ ਨਾਨਕ ਸਾਹਿਬ ਦੀ ਬਾਂਹ ਪਕੜੀ ਹੈ, ਪਲਸ ਪਕੜੀ ਹੋਈ ਹੈ, ਤੇ ਇਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਨਾਨਕ ਨੂੰ ਅਸਲ ਦੇ ਵਿੱਚ ਰੋਗ ਕੀ ਹੈ। ਪਕੜ ਢੰਡੋਲੇ ਬਾਂਹ, ਪਰ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਕਹਿਣ ਲੱਗੇ, ਭੋਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਹ। ਕਹਿੰਦੇ ਇਸ ਵੈਦ ਨੂੰ ਨਹੀਂ ਪਤਾ ਜਿਸ ਰੋਗ ਨੂੰ ਇਹ ਪਲਸ ਪਕੜ ਕੇ, ਨਬਜ ਪਕੜ ਕੇ ਸਰੀਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ, ਉਹ ਰੋਗ ਇਸ ਨੂੰ ਲੱਭਣਾ ਨਹੀਂ ਹੈ। ਕਿਉਂ? ਕਿਉਂਕਿ ਉਹ ਰੋਗ ਅੰਦਰ ਬੈਠਾ ਹੋਇਆ ਹੈ। ਕਰਕ ਕਰੇਜੇ ਮਾਂ, ਜਿਹੜੀ ਪੀੜ ਅੰਦਰ ਹੈ ਨਾ, ਹਿਰਦੇ ਵਿੱਚ ਲੱਗੀ ਹੋਈ ਹੈ, ਉਸ ਨੂੰ ਇਹ ਵੈਦ ਜਿਹੜਾ ਲੱਭ ਨਹੀਂ ਸਕਦਾ। ਖਿਆਲ ਕਰਿਓ, ਗੁਰੂ ਨਾਨਕ ਸਾਹਿਬ ਨੂੰ ਕੋਈ ਰੋਗ ਨਹੀਂ ਸੀ। ਗੁਰੂ ਨਾਨਕ ਸਾਹਿਬ ਨੂੰ ਦਰਦ ਇਹ ਸੀ ਕਿ ਸਾਰਾ ਸੰਸਾਰ ਜਿਹੜਾ ਹੈ ਉਹ ਰੋਗੀ ਹੈ। ਸੰਸਾਰ ਰੋਗੀ, ਸਾਰਾ ਸੰਸਾਰ ਜਿਹੜਾ ਹੈ ਉਹ ਰੋਗੀ ਹੈ। ਬਸ ਸੰਸਾਰ ਦੇ ਰੋਗਾਂ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਨੂੰ ਦਰਦ ਹੁੰਦਾ ਪਿਆ ਅੰਦਰ ਹਿਰਦੇ ਦੇ ਵਿੱਚ। ਗੁਰੂ ਨਾਨਕ ਸਾਹਿਬ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਜਿਸ ਨੂੰ ਪਰਮਾਤਮਾ ਨੇ ਸਰਦਾਰ ਬਣਾ ਕੇ ਇਸ ਦੁਨੀਆ ਤੇ ਭੇਜਿਆ, ਉਹ ਸਰਦਾਰ ਕਿਤੇ ਰੋਗਾਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਨੂੰ ਵੇਸਟ ਕਰ ਜਾਏ। ਪਰਿਵਾਰ ਦੇ ਵਿੱਚ ਕੋਈ ਬਿਮਾਰ ਹੋ ਜਾਏ ਨਾ, ਤੇ ਉਹ ਡਾਕਟਰ ਦੇ ਕੋਲ ਨਾ ਜਾਏ, ਤੇ ਉਸ ਨੂੰ ਦਬਕਾ ਵੀ ਮਾਰਿਆ ਜਾਂਦਾ, ਡਾਂਟਿਆ ਵੀ ਜਾਂਦਾ, ਤੂੰ ਦਵਾਈ ਕਿਉਂ ਨਹੀਂ ਲੈ ਕੇ ਆ ਰਿਹਾ? ਕਿਉਂ ਤੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੇ ਤੁਲਿਆ ਹੋਇਆ ਹੈ? ਡਾਂਟਿਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਕਿ ਜਿਸ ਨੂੰ ਸਰਦਾਰ ਪ੍ਰਮਾਤਮਾ ਨੇ ਬਣਾਇਆ ਹੋਵੇ, ਉਹ ਸਰਦਾਰ ਬਿਮਾਰ ਹੋ ਕੇ ਆਪਣੀ ਲਾਈਫ ਨੂੰ ਵੇਸਟ ਕਰ ਜਾਏ? ਨਹੀਂ ਬਰਦਾਸ਼ਤ ਕਰ ਸਕਦੇ। ਸੋ ਉਹ ਦਰਦ ਹੈ ਸਤਿਗੁਰਾਂ ਦੇ ਅੰਦਰ, ਤੇ ਗੁਰੂ ਸਾਹਿਬ ਚਾਹੁੰਦੇ ਨੇ ਕਿ ਇਹਦਾ ਇਲਾਜ ਕੀਤਾ ਜਾਵੇ। ਜਿਹੜੇ ਲੋਕ ਬਿਮਾਰ ਹੋਏ ਪਏ ਨੇ ਨਾ, ਮੈਂ ਬੇਨਤੀ ਕੀਤੀ, ਸਰੀਰਕ ਰੋਗ ਤੇ ਮਾਨਸਿਕ ਰੋਗ ਜਿਹੜੇ ਨੇ, ਇਹਨਾਂ ਨੂੰ ਡਾਕਟਰ ਦੇ ਥਰੂ ਪਤਾ ਕੀਤਾ ਜਾ ਸਕਦਾ ਹੈ, ਇਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਪਰ ਇੱਕ ਰੋਗ ਹੋਰ ਹੈ ਜਿਸ ਦਾ ਪਤਾ ਨਾ ਤਾਂ ਇਨਸਾਨ ਨੂੰ ਆਪਣੇ ਆਪ ਲੱਗਦਾ ਹੈ ਤੇ ਨਾ ਹੀ ਡਾਕਟਰ ਨੂੰ ਲੱਗ ਸਕਦਾ ਹੈ। ਨਾ ਉਹ ਰੋਗ ਕਿਸੇ ਬਲੱਡ ਟੈਸਟ ਦੇ ਵਿੱਚ ਆਏਗਾ, ਨਾ ਉਸ ਰੋਗ ਨੂੰ ਕੋਈ ਸਕੈਨ ਹੀ ਪਕੜ ਸਕਦਾ ਹੈ। ਪੂਰੀ ਬਾਡੀ ਦੀ ਸਕੈਨਿੰਗ ਵੀ ਕਰ ਦਿੱਤੀ ਜਾਵੇ ਤਾਂ ਵੀ ਉਸ ਰੋਗ ਬਾਰੇ ਪਤਾ ਨਹੀਂ ਲੱਗ ਸਕਦਾ। ਉਹ ਰੋਗ ਪਤਾ ਕਿਹੜਾ ਹੈ ਸਾਧ ਸੰਗਤ? ਉਹ ਰੋਗ ਹੈ ਆਤਮਿਕ ਰੋਗ। ਉਸ ਆਤਮਿਕ ਰੋਗ ਨੂੰ ਦੁਨੀਆ ਦਾ ਕੋਈ ਡਾਕਟਰ ਠੀਕ ਨਹੀਂ ਜੇ ਕਰ ਸਕਦਾ। ਉਹਦੀ ਦਵਾਈ ਬਾਹਰ ਦੇ ਕਿਸੇ ਡਾਕਟਰ ਦੇ ਕੋਲ ਹੈ ਹੀ ਨਹੀਂ, ਤੇ ਉਹ ਰੋਗ ਬੜਾ ਭਿਆਨਕ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹੋ, ਜੋ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਏ ਨੇ ਨਾ, ਯਤਨ ਬਹੁਤ ਮੈਂ ਕਰ ਰਹੇ ਹੋ। ਗੱਲ ਇਹ ਹੋ ਗਈ ਕਿ ਮੈਂ ਸੋਚਿਆ ਸੀ ਕਿ ਸ਼ਾਇਦ ਜਿਸ ਤਰ੍ਹਾਂ ਸਰੀਰ ਨੂੰ ਰੋਗ ਲੱਗਦੇ ਨੇ, ਉਸੇ ਤਰ੍ਹਾਂ ਜੇ ਮੈਨੂੰ ਆਤਮਾ ਨੂੰ ਰੋਗ ਲੱਗਾ ਹੋਇਆ ਹੈ ਤੇ ਮੈਂ ਡਾਕਟਰ ਦੇ ਕੋਲ ਜਾਵਾਂ, ਉੱਥੋਂ ਮੈਨੂੰ ਇਹਦਾ ਇਲਾਜ ਮਿਲ ਜਾਏਗਾ। ਸਤਿਗੁਰੂ ਜੀ ਕਹਿੰਦੇ ਬੜੀ ਭੱਜ ਦੌੜ ਕਰਕੇ ਦੇਖੀ, ਪਰ ਇਲਾਜ ਨਹੀਂ ਲੱਭਾ। ਕਿਉਂ ਨਹੀਂ ਲੱਭਾ? ਕਿਉਂਕਿ ਇਹਦਾ ਇਲਾਜ ਬਾਹਰੋਂ ਕਿਤੇੋਂ ਹੈ ਹੀ ਨਹੀਂ। ਗੁਰੂ ਸਾਹਿਬ ਦਾ ਪਾਵਨ ਬਚਨ ਕਿਤੇ ਸੋਰਠ ਰਾਗ ਦੇ ਵਿੱਚੋਂ ਪੜ੍ਹ ਕੇ ਦੇਖਿਓ, ਯਤਨ ਬਹੁਤ ਮੈਂ ਕਰ ਰਹੇ ਹੋ। ਸਾਹਿਬ ਜੀ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਂਧੇ। ਸਤਿਗੁਰੂ ਜੀ ਕਹਿੰਦੇ ਮੈਂ ਬੜੀ ਕੋਸ਼ਿਸ਼ ਕੀਤੀ, ਯਤਨ ਬਹੁਤ ਮੈਂ ਕਰ ਰਹੇ ਹੋ। ਜਿਵੇਂ ਇਨਸਾਨ ਆਪਣਾ ਇਲਾਜ ਕਰਾਉਣ ਵਾਸਤੇ ਕਦੇ ਕਿਸੇ ਡਾਕਟਰ ਦੇ ਕੋਲ ਜਾਂਦਾ ਹੈ, ਕਦੀ ਕਿਸੇ ਡਾਕਟਰ ਦੇ ਕੋਲ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮੈਂ ਵੀ ਬੜਾ ਕੁਝ ਕੀਤਾ, ਬੜਾ ਯਤਨ ਕੀਤਾ ਕਿ ਇਹ ਅੰਦਰ ਦਾ ਆਤਮਿਕ ਰੋਗ ਵੀ ਦੂਰ ਹੋਏ। ਉਹਦੇ ਲਈ ਮੈਂ ਪਾਠ ਪੜ੍ਹਿਓ, ਪਾਠ ਵੀ ਕੀਤੇ, ਵੇਦ ਵਿਚਾਰਿਓ, ਧਾਰਮਿਕ ਗ੍ਰੰਥਾਂ ਨੂੰ ਵਿਚਾਰਿਆ ਵੀ, ਪੜ੍ਹਿਆ ਵੀ। ਨਿਵਲ ਭੁਅੰਗਮ ਸਾਧੇ, ਨਿਵਲ ਭੁਅੰਗਮ ਜਿਹੜੇ ਨੇ ਨਾ ਸਾਧ ਸੰਗਤ, ਇਹ ਜਿਹਨੂੰ ਅੱਜ ਕੱਲ੍ਹ ਆਪਾਂ ਯੋਗਾ ਕਹਿੰਦੇ ਆ ਨਾ ਜੀ, ਯੋਗਾ ਉਹਦੇ ਨਾਲ ਸੰਬੰਧਿਤ ਹੈ। ਯੋਗ ਸਾਧਨਾ, ਯੋਗ ਆਸਨ ਕਰਨੇ, ਇਹ ਸਭ ਕੁਝ ਕਰਕੇ ਦੇਖ ਲਿਆ, ਪਰ ਆਰਾਮ ਆਉਣ ਦੀ ਬਜਾਏ ਹੋਇਆ ਕੀ ਹੈ? ਪੰਚ ਜਨਾ ਸਿਉ ਸੰਗ ਨਾ ਛੁੱਟ ਗਿਓ। ਆਤਮਿਕ ਰੋਗ ਜਿਹੜੇ 5 ਵਿਕਾਰ ਚਿੰਬੜੇ ਹੋਏ ਨੇ, ਇਹਨਾਂ ਦੇ ਨਾਲੋਂ ਖਹਿੜਾ ਛੁੱਟਿਆ ਹੀ ਨਹੀਂ। ਹੋਇਆ ਕਿ ਅਧਿਕ ਦਾ ਮਤਲਬ ਹੁੰਦਾ ਹੈ ਹੋਰ ਜ਼ਿਆਦਾ।
ਮੈਂ ਤਾਂ ਸੋਚਿਆ ਸੀ ਇਲਾਜ ਹੋਏਗਾ, ਕੁਝ ਰਾਹਤ ਮਿਲੇਗੀ, ਪਰ ਰਾਹਤ ਮਿਲਣ ਦੀ ਬਜਾਏ, ਠੀਕ ਹੋਣ ਦੀ ਬਜਾਏ ਅਧਿਕ ਅਹਮ ਬੁੱਧ ਵੱਧ ਇਹਨਾਂ ਦੇ ਵਿੱਚ ਹੋਰ ਵਾਧਾ ਹੋ ਗਿਆ। ਕਮਾਲ ਹੈ। ਪਾਠ ਪੜ੍ਹਨ ਦੇ ਨਾਲ, ਪਾਠ ਕਰਨ ਦੇ ਨਾਲ, ਧਾਰਮਿਕ ਗ੍ਰੰਥ ਪੜ੍ਹਨ ਦੇ ਨਾਲ ਇਹਨਾਂ ਦੇ ਵਿੱਚ ਵਾਧਾ ਕਿਵੇਂ ਹੋ ਸਕਦਾ ਹੈ? ਇਹ ਤਾਂ ਸਗੋਂ ਘਟਣੇ ਚਾਹੀਦੇ ਸੀ, ਵੱਧ ਕਿਵੇਂ ਗਏ? ਰੀਜ਼ਨ ਇਹੀ ਹੈ ਕਿ ਜਦੋਂ ਇਨਸਾਨ ਬਾਣੀ ਪੜ੍ਹਨੀ ਸ਼ੁਰੂ ਕਰਦਾ ਹੈ, ਕਿਤੇ ਥੋੜ੍ਹਾ ਜਿਹਾ 2-4 ਦਿਨ ਉਹ ਜਪਜੀ ਸਾਹਿਬ ਦਾ ਪਾਠ ਕਰ ਲਵੇ ਮੇਰੇ ਵਰਗਾ, ਤੇ 4 ਜਾਣਿਆਂ ਦੇ ਵਿੱਚ, 4 ਲੋਕਾਂ ਦੇ ਵਿੱਚ ਆਣ ਕੇ ਸੁਣਾਉਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਪਾਠ ਕਰਦਾ, ਮੈਂ ਇੱਦਾਂ ਕਰਦਾ, ਮੈਂ ਉੱਦਾਂ ਕਰਦਾ। ਸਤਿਗੁਰੂ ਜੀ ਕਹਿੰਦੇ ਇਹਦਾ ਕੋਈ ਫਾਇਦਾ ਨਹੀਂ, ਕਿਉਂਕਿ ਜਿਸ ਰੋਗ ਨੂੰ ਖਤਮ ਕਰਨਾ ਸੀ, ਜਿਸ ਦਾ ਇਲਾਜ ਕਰਨਾ ਸੀ, ਉਸ ਇਲਾਜ ਵਾਸਤੇ ਤੂੰ ਇਹ ਸਭ ਕੁਝ ਕਰ ਰਿਹਾ ਹੈ, ਪਰ ਹੋਇਆ ਕੀ ਹੈ ਕਿ ਇਸ ਰੋਗ ਦੇ ਵਿੱਚ ਹੋਰ ਵਾਧਾ ਹੁੰਦਾ ਜਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਬੜੀ ਕੋਸ਼ਿਸ਼ ਕੀਤੀ, ਇਹ ਰੋਗ ਹੈ ਬਹੁਤ ਭਿਆਨਕ। ਗੁਰੂ ਨਾਨਕ ਸਾਹਿਬ ਦਾ ਆਸਾ ਕੀ ਵਾਰ ਦੇ ਵਿੱਚ ਆਪਾਂ ਵਚਨ ਪੜ੍ਹ ਕੇ ਹਟੇ ਆ ਨਾ, ਸਾਹਿਬ ਜੀ ਕਹਿੰਦੇ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਮਨ ਦਾ ਹੰਕਾਰ ਨਹੀਂ ਦੂਰ ਹੋ ਰਿਹਾ, ਕੋਸ਼ਿਸ਼ਾਂ ਬੜੀਆਂ ਕਰ ਲਈਆਂ, ਜਿਹੜਾ ਇਹ ਰੋਗ ਲੱਗਾ ਹੋਇਆ ਹੈ ਆਤਮਾ ਨੂੰ, ਇਹਦਾ ਇਲਾਜ ਨਹੀਂ ਹੁੰਦਾ ਪਿਆ, ਮੈਂ ਆਪਣੇ ਤੌਰ ਤੇ ਕੋਸ਼ਿਸ਼ ਕਰਦਾ ਪਿਆ। ਸਤਿਗੁਰੂ ਜੀ ਕਹਿੰਦੇ ਇਹ ਰੋਗ ਬੜਾ ਭਿਆਨਕ ਹੈ, ਹਉ ਮੈਂ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਇਹ ਰੋਗ ਭਿਆਨਕ ਹੈ, ਪਰ ਸਤਿਗੁਰੂ ਜੀ ਕਹਿੰਦੇ ਇਹਦਾ ਮਤਲਬ ਇਹ ਨਹੀਂ ਕਿ ਇਹਦਾ ਇਲਾਜ ਕੋਈ ਨਹੀਂ, ਇਲਾਜ ਹੈ। ਇਹਦਾ ਇਲਾਜ ਕੀਤਾ ਜਾ ਸਕਦਾ ਹੈ। ਕੌਣ ਕਰੇਗਾ? ਕੋਈ ਬਾਹਰ ਦਾ ਡਾਕਟਰ ਕਰੇਗਾ? ਨਹੀਂ। ਇਹਦਾ ਇਲਾਜ ਕੇਵਲ ਗੁਰੂ ਦੇ ਕੋਲ ਹੈ। ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਇਸ ਸ਼ਰਨ ਦੇ ਵਿੱਚ ਜਦੋਂ ਟਿਕ ਜਾਏਗਾ ਨਾ, ਫਿਰ ਤੇਰੇ ਇਸ ਰੋਗ ਦਾ ਇਲਾਜ ਹੋਣਾ ਸ਼ੁਰੂ ਹੋ ਜਾਏਗਾ। ਇਸ ਤੋਂ ਇਲਾਵਾ ਇਹਦਾ ਇਲਾਜ ਹੋਰ ਕਿਤੇ ਨਹੀਂ ਜੇ ਹੈਗਾ, ਹੋਰ ਕਿਸੇ ਡਾਕਟਰ ਦੇ ਪਾਸ ਇਸ ਦੀ ਦਵਾਈ ਨਹੀਂ ਜੇ ਹੈਗੀ। ਕੇਵਲ ਇੱਕ ਡਾਕਟਰ ਹੈ ਇਹਦਾ, ਉਹ ਹੈ ਗੁਰੂ। ਗੁਰੂ ਹੀ ਇਸ ਰੋਗ ਨੂੰ ਖਤਮ ਕਰ ਸਕਦਾ ਹੈ। ਗੁਰੂ ਹੀ ਤਰੀਕਾ ਦੱਸੇਗਾ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਕੰਟਰੋਲ ਦੇ ਵਿੱਚ ਕਰਕੇ ਇਹਦੇ ਕੋਲੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਜਦੋਂ ਉਹਦੀ ਰਹਿਮਤ ਹੁੰਦੀ ਹੈ, ਇਨਸਾਨ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏ, ਗੁਰੂ ਦੀ ਸ਼ਰਨ ਵਿੱਚ ਆਣ ਕੇ ਗੁਰ ਕਾ ਸ਼ਬਦ ਕਮਾਏ, ਗੁਰੂ ਦੇ ਸ਼ਬਦ ਨੂੰ ਕਮਾਉਣਾ ਸ਼ੁਰੂ ਕਰ ਦਵੇ। ਇਹ ਮੈਡੀਸਿਨ ਹੈ ਗੁਰੂ ਦੇ ਪਾਸੋਂ ਮਿਲਣੀ। ਜਿਉਂ-ਜਿਉਂ ਗੁਰੂ ਦੇ ਸ਼ਬਦ ਨੂੰ ਜੀਵਨ ਦੇ ਵਿੱਚ ਕਮਾਏਗਾ, ਸਤਿਗੁਰੂ ਜੀ ਕਹਿੰਦੇ ਫਿਰ ਨਾਨਕ ਕਹੈ ਸੁਣੋ ਜਨੋ, ਹੇ ਗੁਰਮੁਖੋ, ਹੇ ਸਤ ਸੰਗੀ ਜਨੋ, ਇਸ ਗੱਲ ਨੂੰ ਚੰਗੀ ਤਰ੍ਹਾਂ ਸੁਣ ਲਓ। ਇਤ ਸੰਜਮ ਦੁੱਖ ਜਾਏ। ਇਸ ਤਰੀਕੇ ਦੇ ਨਾਲ, ਇਸ ਮੈਡੀਸਿਨ ਦੇ ਰਾਹੀਂ ਇਸ ਅੰਦਰਲੇ ਆਤਮਿਕ ਰੋਗ ਨੂੰ ਖਤਮ ਕੀਤਾ ਜਾ ਸਕਦਾ ਹੈ। ਇਲਾਜ ਗੁਰੂ ਕਰੇਗਾ, ਗੁਰੂ ਤੋਂ ਇਲਾਵਾ ਹੋਰ ਕੋਈ ਇਲਾਜ ਨਹੀਂ ਜਿਹਦਾ ਹੈਗਾ। ਜਿੰਨਾ ਮਰਜੀ ਭਟਕ ਕੇ ਦੇਖ ਲਈਏ। ਗੁਰੂ ਨਾਨਕ ਸਾਹਿਬ ਜਾਂਦੇ ਨੇ ਜੀ, ਜਿਹਨੂੰ ਅੱਜ ਆਪਾਂ ਸ਼੍ਰੀਲੰਕਾ ਕਹਿੰਦੇ ਆ, ਸੰਗਲਾਦੀਪ ਪੁਰਾਣਾ ਨਾਮ। ਉੱਥੋਂ ਦਾ ਰਾਜਾ ਸ਼ਿਵਨਾਭ ਗੁਰੂ ਸਾਹਿਬ ਦਾ ਭਾਵਨਾ ਵਾਲਾ ਸਿੱਖ ਬਣਿਆ ਹੈ। ਭਾਈ ਮਨਸੁਖ ਦੇ ਥਰੂ ਉਹਨੂੰ ਸਿੱਖੀ ਦੀ ਲਾਗ ਲੱਗਦੀ ਹੈ। ਰਾਜਾ ਸ਼ਿਵਨਾਭ ਨੇ ਗੁਰੂ ਸਾਹਿਬ ਦਾ ਦੀਦਾਰ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਨੂੰ ਦੇਖਿਆ ਨਹੀਂ। ਭਾਈ ਮਨਸੁਖ ਗੁਰੂ ਨਾਨਕ ਸਾਹਿਬ ਦਾ ਬੜਾ ਭਾਵਨਾ ਵਾਲਾ ਸਿੱਖ ਹੈ, ਤੇ ਉਹ ਵਪਾਰੀ ਹੈ, ਬਿਜ਼ਨਸਮੈਨ ਹੈ, ਤੇ ਬਿਜ਼ਨਸ ਕਰਨ ਵਾਸਤੇ ਕਦੇ ਕਿਸੇ ਦੇਸ਼, ਕਦੇ ਕਿਸੇ ਦੇਸ਼ ਉਹ ਜਾਂਦਾ ਹੈ। ਤੇ ਇਸ ਵਾਰ ਉਹ ਗਿਆ ਸੰਗਲਾਦੀਪ। ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦਾ ਹੈ। ਜੋ ਵੀ ਉੱਥੇ ਘਟਨਾ ਹੁੰਦੀ ਹੈ, ਉਹ ਘਟਨਾ ਨੂੰ ਦੇਖ ਕੇ ਰਾਜਾ ਸ਼ਿਵਨਾਭ ਜਿਹੜਾ ਹੈ ਭਾਈ ਮਨਸੁਖ ਤੋਂ ਬੜਾ ਪ੍ਰਭਾਵਿਤ ਹੁੰਦਾ ਹੈ, ਤੇ ਭਾਈ ਮਨਸੁਖ ਨੂੰ ਕਹਿੰਦਾ ਹੈ ਕਿ ਕੀ ਮੈਨੂੰ ਗੁਰੂ ਨਾਨਕ ਸਾਹਿਬ ਦੀਦਾਰ ਦੇ ਸਕਦੇ ਨੇ? ਗੁਰੂ ਨਾਨਕ ਸਾਹਿਬ ਇੱਥੇ ਆਣ ਕੇ ਮੈਨੂੰ ਮਿਲ ਸਕਦੇ ਨੇ? ਭਾਈ ਮਨਸੁਖ ਕਹਿੰਦੇ ਯਾਦ ਕਰ, ਜ਼ਰੂਰ ਆਉਣਗੇ। ਰਾਜਾ ਸ਼ਿਵਨਾਭ ਯਾਦ ਕਰਦਾ ਹੈ। ਗੁਰੂ ਨਾਨਕ ਸਾਹਿਬ ਜਾਂਦੇ ਨੇ ਸੰਗਲਾਦੀਪ, ਮੇਲ ਹੁੰਦਾ ਹੈ ਰਾਜਾ ਸ਼ਿਵਨਾਭ ਦੇ ਨਾਲ। ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਵੀ ਲੈ ਕੇ ਜਾਂਦਾ ਹੈ। ਬਚਨ ਪਤਾ ਕੀ ਕਰਦਾ ਹੈ ਰਾਜਾ ਸ਼ਿਵਨਾਭ? ਦੇਖੋ, ਜਦੋਂ ਗੁਰੂ ਨੇ ਅੰਦਰੋਂ ਰੋਗ ਕੱਟਣਾ ਹੋਵੇ ਨਾ ਸਾਧ ਸੰਗਤ, ਤੇ ਗੁਰੂ ਆਪ ਚੱਲ ਕੇ ਜਾਂਦਾ ਹੈ ਇਲਾਜ ਕਰਨ ਵਾਸਤੇ।
ਭਾਵਨਾ ਹੈ, ਅਰਦਾਸ ਹੈ ਗੁਰੂ ਚਰਨਾਂ ਦੇ ਵਿੱਚ ਕਿ ਹੇ ਮੇਰੇ ਮਾਲਕ ਕਿਰਪਾ ਕਰ ਆ ਕੇ ਦੀਦਾਰ ਦੇ। ਤੇ ਗੁਰੂ ਨਾਨਕ ਸਾਹਿਬ ਗਏ ਉਹਦੀ ਅਰਦਾਸ ਨੂੰ ਸੁਣ ਕੇ। ਤੇ ਅੱਜ ਜਦੋਂ ਰਾਜਾ ਸ਼ਿਵਨਵ ਬਚਨ ਕਰਨ ਲੱਗਾ, ਪਾਤਸ਼ਾਹ ਜੀ ਕਿਰਪਾ ਕੀਤੀ, ਤੁਸੀਂ ਦੀਦਾਰ ਦਿੱਤੇ ਨੇ, ਮੈਂ ਕੀ ਭੇਟਾ ਦੇ ਸਕਣਾ? ਮੇਰੇ ਮਨ ਦੀ ਇਹ ਇੱਛਾ ਹੈ ਕਿ ਮੈਂ ਕੁਝ ਨਾ ਕੁਝ ਭੇਟਾ ਜ਼ਰੂਰ ਤੁਹਾਨੂੰ ਦੇਵਾਂ। ਸਤਿਗੁਰੂ ਜੀ ਕਹਿੰਦੇ ਕੀ ਦੇ ਸਕਣਾ ਹੈ? ਰਾਜਾ ਕਹਿੰਦਾ ਜੀ ਮੇਰੇ ਕੋਲ ਖਜ਼ਾਨਾ ਹੈ, ਖਜ਼ਾਨਾ ਮੈਂ ਭੇਟਾ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਉਹ ਖਜ਼ਾਨਾ ਕਿਹਦਾ ਹੈ? ਕਹਿੰਦਾ ਜੀ ਮੇਰਾ। ਸਤਿਗੁਰੂ ਜੀ ਨੇ ਫੇਰ ਕਿਹਾ, ਕਹਿਣ ਲੱਗੇ ਖਜ਼ਾਨਾ ਕਿਹਦਾ ਹੈ? ਕਹਿੰਦਾ ਜੀ ਮੇਰਾ। ਸਤਿਗੁਰੂ ਜੀ ਕਹਿੰਦੇ ਥੋੜਾ ਜਿਹਾ ਵਿਚਾਰ ਕੇ ਦੇਖ, ਖਜ਼ਾਨਾ ਤੇਰਾ? ਹਾਂਜੀ ਮੇਰਾ। ਸਾਹਿਬ ਜੀ ਕਹਿੰਦੇ ਤੇਰੇ ਤੋਂ ਪਹਿਲਾਂ ਕਿਹਦਾ ਸੀ? ਮੇਰੇ ਤੋਂ ਪਹਿਲਾਂ ਮੇਰੇ ਪਿਤਾ ਦਾ। ਤੇਰੇ ਪਿਤਾ ਤੋਂ ਪਹਿਲਾਂ ਕਿਹਦਾ ਸੀ? ਮੇਰੇ ਦਾਦੇ ਦਾ, ਮੇਰੇ ਪਿਤਾ ਦੇ ਪਿਤਾ ਦਾ। ਸਤਿਗੁਰੂ ਜੀ ਕਹਿੰਦੇ ਜੇ ਤੇਰੇ ਪਿਤਾ ਦੇ ਪਿਤਾ ਦਾ ਇਹ ਖਜ਼ਾਨਾ ਨਹੀਂ ਹੋਇਆ, ਤੇਰੇ ਪਿਤਾ ਦਾ ਖਜ਼ਾਨਾ ਨਹੀਂ ਹੋਇਆ, ਤੇ ਵੀਰੇ ਇਹ ਖਜ਼ਾਨਾ ਤੇਰਾ ਕਿਵੇਂ ਹੋ ਗਿਆ? ਸਤਿਗੁਰੂ ਜੀ ਮਹਿਲ ਤਾਂ ਮੇਰਾ ਜਿਹਦੇ ਵਿੱਚ ਮੈਂ ਰਹਿ ਰਿਹਾ। ਇਹ ਕਿਹਦਾ ਸੀ? ਪਿਤਾ ਦਾ ਸੀ, ਉਸ ਤੋਂ ਪਹਿਲਾਂ ਦਾਦੇ ਦਾ ਸੀ। ਜੇ ਉਹਨਾਂ ਦਾ ਨਹੀਂ ਹੋਇਆ ਫਿਰ ਤੇਰਾ ਕਿਵੇਂ ਹੋ ਗਿਆ? ਸਾਨੂੰ ਉਹ ਭੇਟਾ ਚਾਹੀਦੀ ਹੈ ਜਿਹੜੀ ਤੇਰੀ ਹੋਵੇ। ਸਤਿਗੁਰੂ ਜੀ ਐਸੀ ਕਿਹੜੀ ਭੇਟਾ ਮੈਂ ਦੇ ਸਕਦਾ ਜਿਹੜੀ ਮੇਰੀ ਹੈ? ਪਾਤਸ਼ਾਹ ਜੀ ਕਹਿੰਦੇ ਬਸ ਆ ਮੈਂ ਹੀ, ਆ ਮੈਂ ਜਿਹੜੀ ਆ ਨਾ ਇਹੀ ਤੇਰੀ ਹੈ, ਇਹ ਸਾਡੇ ਹਵਾਲੇ ਕਰ ਦੇ ਬਸ। ਤੇ ਸਾਧ ਸੰਗਤ ਐਸਾ ਸੀਸ ਝੁਕਾਇਆ ਗੁਰੂ ਚਰਨਾਂ ਦੇ ਵਿੱਚ, ਰਾਜੇ ਸ਼ਿਵਨਾਵ ਦੇ ਅੰਦਰੋਂ ਉਹ ਹਉਮੈ ਚਲੀ ਗਈ। ਕਬੀਰ ਸਾਹਿਬ ਨੇ ਜਦੋਂ ਕਿਹਾ ਨਾ, ਉਹਨਾਂ ਦੇ 2 ਸਲੋਕ ਹੈ ਸਾਧ ਸੰਗਤ, ਉਹਨਾਂ ਦੋਨਾਂ ਸਲੋਕਾਂ ਦੇ ਵਿੱਚ ਇਹੀ ਗੱਲ ਕਬੀਰ ਸਾਹਿਬ ਨੇ ਕੀਤੀ ਹੈ। ਕਹਿੰਦੇ ਕਬੀਰ ਮਾਇਆ ਤਜੀ ਤਉ ਕਿਆ ਭਇਆ। ਦੁਨੀਆ ਦੇ ਵਿੱਚ ਐਸੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਜੀ ਅਸੀਂ ਮਾਇਆ ਨੂੰ ਹੱਥ ਨਹੀਂ ਲਗਾਉਂਦੇ, ਅਸੀਂ ਮਾਇਆ ਦਾ ਤਿਆਗ ਕਰ ਦਿੱਤਾ। ਪਰ ਕਬੀਰ ਸਾਹਿਬ ਕਹਿੰਦੇ ਮਾਇਆ ਦਾ ਤਿਆਗ ਕਰਨਾ ਕੋਈ ਵੱਡੀ ਗੱਲ ਤਾਂ ਨਹੀਂ ਹੈ। ਕਿਸੇ ਨੇ ਮਾਇਆ ਦਾ ਤਿਆਗ ਕਰ ਦਿੱਤਾ, ਕਬੀਰ ਸਾਹਿਬ ਕਹਿੰਦੇ ਫਿਰ ਕੀ ਹੋ ਗਿਆ? ਕਬੀਰ ਮਾਇਆ ਤਜੀ ਤਉ ਕਿਆ ਭਇਆ। ਕੀ ਹੋਇਆ ਜੇ ਤੂੰ ਮਾਇਆ ਦਾ ਤਿਆਗ ਕਰ ਦਿੱਤਾ? ਵੱਡੀ ਗੱਲ ਤਾਂ ਇਹ ਹੈ ਕਿ ਤੂੰ ਆਪਣੇ ਅੰਦਰ ਦਾ ਹੰਕਾਰ ਦੂਰ ਕਰ। ਕਬੀਰ ਮਾਇਆ ਤਜੀ ਤਉ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਇਹ ਮਾਨ, ਇਹ ਹੰਕਾਰ ਤਾਂ ਹਰ ਇੱਕ ਨੂੰ ਬਰਬਾਦ ਕਰ ਦਿੰਦਾ ਹੈ। ਇਸ ਹੰਕਾਰ ਦੇ ਵਿੱਚ ਤਾਂ ਹਰ ਇੱਕ ਗਲ ਜਾਂਦਾ ਹੈ, ਸੜ ਜਾਂਦਾ ਹੈ। ਵੱਡੀ ਗੱਲ ਤਾਂ ਇਹ ਹੈ ਕਿ ਜੇਕਰ ਤੂੰ ਇਸ ਮਾਨ ਨੂੰ ਦੂਰ ਕਰੇ। ਤੇ ਕਬੀਰ ਸਾਹਿਬ ਨੇ ਫਿਰ ਤਰੀਕਾ ਵੀ ਦੱਸਿਆ, ਪਤਾ ਕੀ ਕਹਿੰਦੇ? ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ, ਜੋ ਏਕ ਲਾਗਤ ਹੀ ਭੋਏ ਮਿਲ ਗਿਆ, ਪਰਿਆ ਕਰੇ ਜੇ ਸ਼ੇਖ। ਇਹ ਦੋਨੋਂ ਸਲੋਕ ਇਕੱਠੇ ਆਉਂਦੇ ਨੇ। ਕਹਿੰਦੇ ਮਾਇਆ ਦਾ ਤਿਆਗ ਕਰਨਾ ਵੱਡੀ ਗੱਲ ਨਹੀਂ ਹੈ, ਮਾਣ ਨੂੰ ਛੱਡਣਾ ਔਖਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਕਿਹਾ, ਸ਼ਬਦ ਪੜੋ ਸਤਿਗੁਰਾਂ ਦਾ। ਸਾਹਿਬ ਜੀ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗੋ, ਸੁਖ ਦੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹਿ ਅਤੀਤਾ, ਤਿਨ ਜਗ ਤਤ ਪਛਾਨਾ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਆ ਪੰਕਤੀ ਧਿਆਨ ਨਾਲ ਸੁਣਿਓ। ਜਨ ਨਾਨਕ ਇਹ ਖੇਲ ਕਠਨ ਹੈ। ਇਹ ਜਿਹੜੇ ਆਤਮਿਕ ਰੋਗ ਲੱਗੇ ਹੋਏ ਨੇ ਨਾ ਜੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਤਿਆਗ ਕਰਨਾ ਹੀ ਔਖਾ। ਕਬੀਰ ਸਾਹਿਬ ਕਹਿੰਦੇ ਮਾਇਆ ਨੂੰ ਤਿਆਗਣਾ ਔਖਾ ਨਹੀਂ, ਮਾਣ ਨੂੰ ਹੰਕਾਰ ਨੂੰ ਤਿਆਗਣਾ ਔਖਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਨ ਨਾਨਕ ਇਹ ਖੇਲ ਕਠਨ ਹੈ, ਬੜਾ ਔਖਾ ਕੰਮ ਹੈ। ਜੇਕਰ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਪੁੱਛੇ ਕਿਹੜਾ ਸਭ ਤੋਂ ਔਖਾ ਕੰਮ ਹੈ, ਵਿਚ ਇਜ਼ ਦਾ ਡਿਫਿਕਲਟ ਵਰਕ ਇਨ ਦਾ ਵਰਲਡ, ਤੇ ਉਹਦਾ ਜਵਾਬ ਸਿੰਪਲ ਜਿਹਾ ਇਹ ਹੈ ਕਿ ਮਾਣ ਨੂੰ ਤਿਆਗਣਾ, ਹਉਮੈ ਨੂੰ ਤਿਆਗਣਾ। ਆ ਜਿਹੜੇ 5 ਵਿਕਾਰ ਨੇ ਨਾ ਸਾਧ ਸੰਗਤ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਜੋ ਧਿਆਨ ਦੇ ਨਾਲ ਆਪਾਂ ਦੇਖਾਂਗੇ ਨਾ ਜੀ, ਸਭ ਤੋਂ ਪਹਿਲਾਂ ਕਾਮ ਆ ਰਿਹਾ ਹੈ, ਫਿਰ ਕ੍ਰੋਧ ਆ ਰਿਹਾ ਹੈ, ਲੋਭ ਆ ਰਿਹਾ ਹੈ, ਮੋਹ ਹੰਕਾਰ। ਹੰਕਾਰ 5ਵੇਂ ਨੰਬਰ ਤੇ ਆਉਂਦਾ ਹੈ। ਰੀਜ਼ਨ ਇਹ ਪਹਿਲੇ ਨੰਬਰ ਤੇ ਵੀ ਹੋ ਸਕਦਾ ਸੀ, ਹੰਕਾਰ ਤੋਂ ਸ਼ੁਰੂ ਕਰ ਸਕਦੇ ਸੀ ਗੁਰੂ ਸਾਹਿਬ, ਮੋਹ ਤੋਂ ਸ਼ੁਰੂ ਕਰ ਸਕਦੇ ਸੀ। ਹੰਕਾਰ ਨੂੰ ਦੂਜੇ ਨੰਬਰ ਤੇ ਲਿਆਇਆ ਜਾ ਸਕਦਾ ਸੀ, ਤੀਜੇ ਤੇ ਲਿਆਇਆ ਜਾ ਸਕਦਾ ਸੀ, 5ਵੇਂ ਤੇ ਕਿਉਂ? ਰੀਜ਼ਨ ਹੈ ਸਾਧ ਸੰਗਤ ਜੀ, ਖਿਆਲ ਕਰਿਓ। ਇਹ ਇਹਨਾਂ ਦਾ ਜਿਹੜਾ ਕ੍ਰਮ ਹੈ ਨਾ, ਇਹਨਾਂ ਦੀ ਜਿਹੜੀ ਸਿਮੈਟਰੀ ਗੁਰੂ ਸਾਹਿਬ ਨੇ ਬਣਾਈ ਹੋਈ ਹੈ, ਉਹ
ਇਹਨਾਂ ਦੀ ਉਮਰ ਦੇ ਉੱਤੇ ਡਿਪੈਂਡ ਕਰਦਾ ਹੈ। ਇਹਨਾਂ ਦੀ ਉਮਰ ਦੇ ਉੱਤੇ ਡਿਪੈਂਡ ਕਰਦਾ ਹੈ। ਉਮਰ ਦਾ ਮਤਲਬ ਹੁਣ ਜਿਹੜਾ ਕਾਮ ਹੈ, ਕਾਮ ਦੀ ਉਮਰ ਕੋਈ ਬਹੁਤੀ ਲੰਬੀ ਨਹੀਂ ਜੇ ਹੈਗੀ। ਬਾਣੀ ਦੇ ਵਿੱਚੋਂ ਤੁਹਾਨੂੰ ਦਰਸ਼ਨ ਹੋਣਗੇ, ਸਾਹਿਬ ਜੀ ਕਹਿੰਦੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇਂ। ਨਿਮਖ ਕਾਮ, ਨਿਮਖ ਕਾਮ ਮਤਲਬ ਕੁਝ ਪਲ ਦੀ ਖੁਸ਼ੀ ਵਾਸਤੇ ਇਨਸਾਨ ਕਈ ਜਨਮਾਂ ਦਾ ਦੁੱਖ ਸੇੜ ਲੈਂਦਾ ਹੈ। ਕਾਮ ਦੀ ਉਮਰ ਕੀ ਹੈ ਜੀ? ਕੁਝ ਕੁ ਪਲ, ਕੁਝ ਕੁ ਸੈਕਿੰਡ ਕਹਿ ਲਈਏ, ਇਸ ਤੋਂ ਵੱਧ ਕੇ ਇਹਦੀ ਉਮਰ ਨਹੀਂ ਹੈ। ਕ੍ਰੋਧ ਵੀ ਕੁਝ ਪਲ ਵਾਸਤੇ ਆਉਂਦਾ ਹੈ। 1 ਦਿਨ ਰਹੇਗਾ, 2 ਦਿਨ ਰਹੇਗਾ, 10 ਦਿਨ ਰਹੇਗਾ, 15 ਦਿਨ ਰਹੇਗਾ। ਕ੍ਰੋਧ ਵੀ ਇੱਕ ਦਿਨ ਸ਼ਾਂਤ ਹੋ ਜਾਂਦਾ ਹੈ। ਹਮੇਸ਼ਾ ਇਨਸਾਨ ਕ੍ਰੋਧ 'ਚ ਨਹੀਂ ਜੇ ਰਹਿੰਦਾ। ਆਪਾਂ ਸੁਸਾਇਟੀ ਦੇ ਵਿੱਚ ਵਿਚਰਦੇ ਹਾਂ, ਕੁਝ ਸਮਾਂ ਗੁੱਸਾ ਆਉਂਦਾ ਹੈ, ਕਿਸੇ ਗੱਲ ਤੇ ਗੁੱਸਾ ਆ ਗਿਆ, 1-2 ਦਿਨ ਰਹੇਗਾ, ਘੰਟਾ 2 ਘੰਟਾ ਗੁੱਸਾ ਰਹੇਗਾ, ਫਿਰ ਉਹ ਸ਼ਾਂਤ ਹੋ ਜਾਂਦਾ ਹੈ। ਲੋਭ ਵੀ ਬਹੁਤਾ ਲੰਬਾ ਸਮਾਂ ਨਹੀਂ ਜੇ ਰਹਿੰਦਾ। ਕਾਮ ਦੀ ਉਮਰ ਘੱਟ ਹੈ, ਪਹਿਲੇ ਨੰਬਰ ਤੇ ਹੈ। ਕ੍ਰੋਧ ਦੀ ਉਹਦੇ ਨਾਲੋਂ ਜ਼ਿਆਦਾ ਹੈ, ਦੂਜੇ ਨੰਬਰ ਤੇ ਹੈ। ਲੋਭ ਦੀ ਉਹਦੇ ਨਾਲੋਂ ਜ਼ਿਆਦਾ ਹੈ, ਤੀਜੇ ਨੰਬਰ ਤੇ ਹੈ। ਮੋਹ ਉਹਦੇ ਨਾਲੋਂ ਜ਼ਿਆਦਾ ਹੈ, ਚੌਥੇ ਤੇ ਹੈ। ਤੇ ਸਭ ਤੋਂ ਲੰਬੀ ਉਮਰ ਹੰਕਾਰ ਦੀ ਹੈ, ਈਗੋ ਦੀ ਹੈ, ਉਹ 5ਵੇਂ ਨੰਬਰ ਤੇ ਹੈ। ਯਾਦ ਰਹੇ, ਕਾਮ ਜਦੋਂ ਤੱਕ ਸਰੀਰ ਹੈ ਉਦੋਂ ਤੱਕ ਰਹੇਗਾ। ਕ੍ਰੋਧ ਜਦੋਂ ਤੱਕ ਸਰੀਰ ਹੈ ਉਦੋਂ ਤੱਕ ਰਹੇਗਾ। ਲੋਭ ਜਦੋਂ ਤੱਕ ਸਰੀਰ ਹੈ ਉਦੋਂ ਤੱਕ ਰਹੇਗਾ। ਮੋਹ ਵੀ ਜਦੋਂ ਤੱਕ ਸਰੀਰ ਹੈ ਉਦੋਂ ਤੱਕ ਰਹੇਗਾ। ਪਰ ਹੰਕਾਰ ਜਿਹੜਾ ਹੈ, ਇਹ ਗੁਰੂ ਸਾਹਿਬ ਕਹਿੰਦੇ ਨੇ ਤੁਹਾਡੇ ਮਰਨ ਤੋਂ ਬਾਅਦ, ਤੁਹਾਡੇ ਵਾਰ-ਵਾਰ ਜੰਮਣ ਦਾ ਰੀਜ਼ਨ ਇਹ ਬਣਦਾ ਜੇ। ਇਹ ਸਾਥ ਨਹੀਂ ਜੇ ਛੱਡਦਾ। ਇਸੇ ਕਰਕੇ 5ਵੇਂ ਨੰਬਰ ਤੇ ਗੁਰੂ ਸਾਹਿਬ ਨੇ ਰੱਖਿਆ ਉਮਰ ਬੜੀ ਲੰਬੀ। ਕਿਤੇ ਬਚਨ ਪੜ੍ਹੋ ਸਾਹਿਬ ਜੀ ਦਾ, ਕੀ ਕਹਿੰਦੇ ਨੇ? ਕਹਿੰਦੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪ ਆਤਮਾ। ਗੁਰੂ ਅਰਜਨ ਸਾਹਿਬ, ਸਾਡੇ ਜੰਮਣ ਤੇ ਮਰਨ ਦਾ, ਚਲੋ ਇਹਨੂੰ ਸੌਖਾ ਸਮਝਣਾ ਹੋਵੇ ਤੇ ਆਸਾ ਕੀ ਵਾਰ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਬੜਾ ਭਿਆਨਕ ਰੋਗ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਮੈਂ ਬੜੀ ਕੋਸ਼ਿਸ਼ ਕਰਕੇ ਦੇਖ ਲਈ ਇਹਦੇ ਕੋਲੋਂ ਛੁਟਕਾਰਾ ਪਾਉਣ ਵਾਸਤੇ, ਮੈਂ ਨਹੀਂ ਛੁੱਟ ਸਕਿਆ, ਮੇਰੇ ਕੋਲੋਂ ਇਹਦਾ ਇਲਾਜ ਨਹੀਂ ਹੋ ਸਕਿਆ। ਜੋ ਕਰਮ ਕੀਏ ਲਾਲਚ ਲਗ ਤਹਿ ਆਪ ਬੰਧਾਇਓ। ਜਿੰਨੇ ਵੀ ਮੈਂ ਯਤਨ ਕੀਤੇ ਉਹ ਸਾਰੇ ਹੀ ਵੇਸਟ ਹੋ ਗਏ, ਕਿਉਂਕਿ ਉਹਨਾਂ ਦੇ ਨਾਲ ਇਹ ਰੋਗ ਘਟਣ ਦੀ ਬਜਾਏ ਹੋਰ ਵੱਧਦਾ ਗਿਆ। ਤੇ ਗੁਰੂ ਨਾਨਕ ਸਾਹਿਬ ਨੇ ਰਾਜੇ ਸ਼ਿਵਨਾਭ ਦੇ ਕੋਲੋਂ ਮੈਂ ਲੈ ਲਈ। ਗੁਰੂ ਨਾਨਕ ਸਾਹਿਬ ਨੇ ਉਸ ਰਾਜੇ ਸ਼ਿਵਨਾਭ ਦੇ ਅੰਦਰ ਦੇ ਰੋਗ ਦਾ ਇਲਾਜ ਕੀਤਾ। ਤੇ ਸਾਧ ਸੰਗਤ, ਜੇ ਅਸੀਂ ਚਾਹੁੰਦੇ ਹਾਂ, ਸਾਡੇ ਮਨ ਦੇ ਵਿੱਚ ਇੱਕ ਖੁਆਇਸ਼ ਹੈ ਕਿ ਇਹਦੇ ਮਨ ਦੇ ਕੋਲੋਂ ਸਾਡਾ ਛੁਟਕਾਰਾ ਹੋ ਜਾਏ, ਇਹਦਾ ਇਲਾਜ ਹੋ ਜਾਏ, ਤੇ ਸਾਹਿਬ ਜੀ ਕਹਿੰਦੇ ਫਿਰ ਗੁਰੂ ਦਾ ਲੜ ਪਕੜ ਲਾ। ਇਸ ਤੋਂ ਬਿਨਾਂ ਕੋਈ ਦੂਜਾ ਰਸਤਾ ਨਹੀਂ ਹੈਗਾ। ਗੁਰੂ ਹੀ ਇਸ ਮਾਨ ਦਾ, ਇਸ ਹੰਕਾਰ ਦਾ, ਇਸ ਈਗੋ ਦਾ ਇਲਾਜ ਕਰੇਗਾ। ਇਸੇ ਕਰਕੇ ਤਾਂ ਸਾਹਿਬ ਜੀ ਬੇਨਤੀ ਕਰਦੇ ਪਏ ਨੇ ਪ੍ਰਮਾਤਮਾ ਦੇ ਚਰਨਾਂ 'ਚ। ਕੀ ਕਹਿੰਦੇ ਨੇ? ਕਹਿੰਦੇ ਦੁਰਮਤ ਸਿਉ ਨਾਨਕ ਫਧਿਓ ਰਾਖ ਲਿਓ ਭਗਵਾਨ। ਕਹਿੰਦੇ ਹੈ ਮੇਰੇ ਮਾਲਕ, ਮੈਂ ਇਸ ਹਉਮੈ ਵਰਗੀ ਮਾੜੀ ਮੱਤ ਦੇ ਵਿੱਚ ਫਸ ਗਿਆ, ਤੂੰ ਹੀ ਮੈਨੂੰ ਬਚਾ। ਮੇਰੇ ਕੋਲੋਂ ਨਹੀਂ ਬਚਿਆ ਜਾਂਦਾ, ਮੇਰੇ ਕੋਲ ਇੰਨੀ ਤਾਕਤ ਨਹੀਂ ਕਿ ਮੈਂ ਇਹਦਾ ਮੁਕਾਬਲਾ ਕਰ ਸਕਾਂ। ਤੂੰ ਆਪ ਹੀ ਰਹਿਮਤ ਕਰ ਤੇ ਇਹਦੇ ਕੋਲੋਂ ਮੇਰਾ ਛੁਟਕਾਰਾ ਦਿਵਾ ਦੇ। ਤੇ ਸਾਧ ਸੰਗਤ, ਜਦੋਂ ਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਨਾ, ਫਿਰ ਗੁਰੂ ਰਹਿਮਤ ਕਰਕੇ ਆਪਣਾ ਹੱਥ ਦੇ ਕੇ ਇਹਨਾਂ ਵਿਕਾਰਾਂ ਤੋਂ ਬਚਾਉਂਦਾ। ਇੱਕ ਐਸਾ ਦਾਰੂ ਦਿੰਦਾ ਹੈ, ਐਸੀ ਮੈਡੀਸਿਨ ਦਿੰਦਾ ਹੈ ਜਿਹਦੇ ਨਾਲ ਇਲਾਜ ਹੋ ਜਾਂਦਾ ਹੈ। ਕਿਤੇ ਸਮਾਂ ਮਿਲੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਫੁਨਹੇ, ਸ਼ਲੋਕ ਸਹਿਸਕ੍ਰਿਤੀ ਤੋਂ ਬਾਅਦ ਗਾਥਾ ਆਏਗੀ, ਗਾਥਾ ਤੋਂ ਬਾਅਦ ਤੁਰੰਤ ਫੁਨਹੇ ਬਾਣੀ ਸਟਾਰਟ ਹੋ ਜਾਂਦੀ ਹੈ। ਉੱਥੇ ਸਾਹਿਬ ਜੀ ਨੇ ਬਚਨ ਕਿਹਾ, ਕਹਿਣ ਲੱਗੇ ਗੁਰੂ ਤੇ ਕੀ ਕਰੇਗਾ ਜਦੋਂ ਸੰਗਤ ਵਿੱਚ ਆਂਗਣ ਹੋਵੇਗਾ ਕਿ ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ। ਔਖਦ ਮਤਲਬ ਮੈਡੀਸਿਨ, ਦਵਾਈ, ਆਏ ਰਾਸ। ਕਈ ਵਾਰੀ ਆਪਾਂ ਕਹਿੰਦੇ ਨਾ ਕਿ ਇਹ ਜਿਹੜੀ ਦਵਾਈ ਹੈ, ਇਹ ਜਿਹੜੀ ਮੈਡੀਸਿਨ ਹੈ, ਇਹ ਮੈਨੂੰ ਸੂਟ ਨਹੀਂ ਕਰਦੀ ਪਈ, ਇਹ ਜੇ ਮੈਂ ਖਾਵਾਂਗਾ ਤਾਂ ਮੈਨੂੰ ਰਿਐਕਸ਼ਨ ਕਰ ਜਾਏਗੀ, ਇਹ ਐਲਰਜੀ ਕਰਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਸੰਗਤ ਵਿੱਚ ਆਣ ਕੇ ਬੈਠ ਕੇ ਆਣਾ, ਫਿਰ ਔਖਦ ਆਏ ਰਾਸ। ਜਿਹੜਾ ਔਖਦ, ਜਿਹੜੀ ਦਵਾਈ ਤੈਨੂੰ ਗੁਰੂ ਦੇ ਪਾਸੋਂ ਮਿਲਣੀ ਹੈ ਨਾ, ਉਹ ਤੈਨੂੰ ਸੂਟ ਕਰੇਗੀ। ਉਹਦੇ ਨਾਲ ਤੇਰੇ ਅੰਦਰ ਦਾ, ਆਤਮਾ ਦਾ ਇਲਾਜ ਹੋਏਗਾ।
ਜਿਹੜੇ ਰੋਗ ਅੰਦਰ ਚੰਬੜੇ ਹੋਏ ਨੇ ਨਾ ਆਤਮਾ ਨੂੰ, ਉਹਨਾਂ ਦਾ ਇਲਾਜ ਗੁਰੂ ਕਰਦਾ ਹੈਗਾ। ਸਰੀਰ ਦੇ ਰੋਗ ਦੂਰ ਕਰਨ ਵਾਸਤੇ ਡਾਕਟਰਾਂ ਦੇ ਕੋਲ ਜਾਣਾ ਪੈਂਦਾ ਹੈ, ਆਤਮਾ ਦਾ ਰੋਗ ਦੂਰ ਕਰਨ ਵਾਸਤੇ ਗੁਰੂ ਦੇ ਕੋਲ ਆਉਣਾ ਪਏਗਾ। ਜਿੰਨਾ ਮਰਜ਼ੀ ਬਾਹਰ ਭਟਕ ਲਈਏ, ਜਦੋਂ ਤੱਕ ਗੁਰੂ ਦੀ ਸ਼ਰਨ ਵਿੱਚ ਨਹੀਂ ਆਵਾਂਗੇ ਉਦੋਂ ਤੱਕ ਇਹ ਅੰਦਰਲਾ ਇਲਾਜ ਜਿਹੜਾ ਹੈ ਉਹ ਨਹੀਂ ਹੋ ਪਾਉਣਾ। ਤੇ ਸਾਧ ਸੰਗਤ ਇਹੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਯਤਨ ਬਹੁਤ ਮੈਂ ਕਰ ਰਹੇ ਹੋ। ਯਤਨ ਦਾ ਮਤਲਬ ਹੈ ਕੋਸ਼ਿਸ਼। ਮੈਂ ਬੜੀ ਟਰਾਈ ਕੀਤੀ ਹੈ ਪਰ ਮਿਟਿਓ ਨਾ ਮਨ ਕੋ ਮਾਨ, ਮਨ ਦਾ ਹੰਕਾਰ ਦੂਰ ਨਹੀਂ ਹੋਇਆ। ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਹੇ ਮੇਰੇ ਮਾਲਕ, ਮੈਂ ਇਸ ਹਉਮੈ ਵਰਗੀ ਮਾੜੀ ਮੱਤ ਦੇ ਵਿੱਚ ਫਸ ਗਿਆ ਤੇ ਤੂੰ ਰਹਿਮਤ ਕਰਕੇ ਮੈਨੂੰ ਰੱਖ ਲਾ। ਤੂੰ ਹੀ ਬਚਾ ਸਕਦਾ ਹੈ, ਹੋਰ ਦੂਜਾ ਤਰੀਕਾ ਹੀ ਕੋਈ ਨਹੀਂ। ਤੇ ਜਿਸ ਦਿਨ ਇਹ ਅਰਜ਼ੋਈ, ਇਹ ਅਰਦਾਸ ਗੁਰੂ ਚਰਨਾਂ ਦੇ ਵਿੱਚ ਹੋ ਗਈ, ਫਿਰ ਸਤਿਗੁਰੂ ਜੀ ਕਹਿੰਦੇ ਉਹ ਤੇਰੀ ਇਸ ਬੇਨਤੀ ਨੂੰ ਸੁਣ ਕੇ ਤੈਨੂੰ ਨਾਮ ਦਾ ਦਾਰੂ ਦੇਏਗਾ, ਜਿਸ ਨੂੰ ਖਾਣ ਦੇ ਨਾਲ ਤੇਰੇ ਅੰਦਰੋਂ ਇਹ ਹਉਮੈ ਦਾ ਰੋਗ ਕੱਟਿਆ ਜਾਏਗਾ। ਕਬੀਰ ਸਾਹਿਬ ਨੇ ਕਿਹਾ ਨਾ ਕਿ ਕਬੀਰ ਸਤਿਗੁਰ ਸੂਰਮੇ, ਗੁਰੂ ਸੂਰਮਾ ਹੈ, ਗੁਰੂ ਇਜ਼ ਅ ਵਾਰੀਅਰ। ਬਾਹਿਆ ਬਾਣ ਜੋ ਇੱਕ ਐਰੋ, ਇੱਕ ਤੀਰ ਚਲਾਏਗਾ ਤੇਰੇ ਵੱਲ, ਲਾਗਤ ਹੀ ਭੋਏ ਮਿਲ ਗਿਆ। ਉਹ ਤੀਰ ਜਦੋਂ ਤੇਰੇ ਹਿਰਦੇ ਵਿੱਚ ਲੱਗੇਗਾ, ਫਿਰ ਇਹ ਮਾਨ, ਇਹ ਈਗੋ, ਇਹ ਹਉਮੈ ਨਿਕਲ ਕੇ ਲਾਗਤ ਹੀ ਭੋਏ ਮਿਲ ਗਿਆ ਜ਼ਮੀਨ ਤੇ ਡਿੱਗ ਜਾਏਗੀ। ਮਤਲਬ ਕਿ ਤੇਰੇ ਅੰਦਰੋਂ ਇਹ ਹਉਮੈ ਚਲੀ ਜਾਏਗੀ। ਭਰਿਆ ਕਰੇ ਜੇ ਸ਼ੇਖ। ਕਿਹੜਾ ਬਾਣ, ਕਿਹੜਾ ਤੀਰ ਚਲਾਉਣਾ ਹੈ, ਕਿਹੜਾ ਐਰੋ ਚਲਾਉਣਾ ਹੈ, ਗੁਰੂ ਨੇ ਉਹ ਤੀਰ ਹੋਏਗਾ ਸ਼ਬਦ ਦਾ। ਤੇ ਜਦੋਂ ਸ਼ਬਦ ਦਾ ਤੀਰ ਤੇਰੇ ਹਿਰਦੇ ਵਿੱਚ ਲੱਗੇਗਾ, ਇਹ ਹਉਮੈ ਚਲੀ ਜਾਏਗੀ। ਮਾਇਆ ਦਾ ਤਿਆਗ ਕਰਨਾ ਵੱਡੀ ਗੱਲ ਨਹੀਂ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਤੈਨੂੰ ਸੂਰਮਾ ਤਾਂ ਗਿਣਾਂਗਾ, ਤਾਂ ਮੈਂ ਮੰਨਾਂਗਾ ਕਿ ਤੂੰ ਬੜਾ ਵੱਡਾ ਕੰਮ ਕੀਤਾ ਹੈ, ਜਿਸ ਦਿਨ ਤੂੰ ਆਪਣੇ ਅੰਦਰੋਂ ਗੁਰੂ ਕਿਰਪਾ ਸਦਕਾ ਮਾਣ ਦਾ ਤਿਆਗ ਕਰ ਦੇਂਗਾ। ਇਹ ਮਾਣ ਬੜਾ ਖਤਰਨਾਕ ਜੇ, ਹਉਮੈ ਬੜੀ ਖਤਰਨਾਕ ਜੇ। ਇਹ ਇੱਕ ਦੂਜੇ ਨਾਲ ਮਿਲਣ ਨਹੀਂ ਜੇ ਦਿੰਦੀ। ਭਰਾ ਦੇ ਵਿੱਚ ਵਿਥ ਪਾ ਦਿੰਦੀ ਹੈ, ਦੋ ਮਿੱਤਰਾਂ ਨੂੰ ਆਪਸ ਦੇ ਵਿੱਚ ਲੜਾ ਦਿੰਦੀ ਹੈ। ਤੇ ਇਹਦਾ ਇਲਾਜ ਜਿੰਨਾ ਜਲਦੀ ਹੋ ਸਕੇ ਓਨਾ ਹੀ ਚੰਗਾ ਹੈ। ਸਤਿਗੁਰੂ ਜੀ ਰਹਿਮਤ ਕਰਨ। ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਲੋਕ ਕਿਤੇ ਸਾਡੀ ਸਮਝ ਵਿੱਚ ਆ ਜਾਏ, ਅਸੀਂ ਵੀ ਕਿਤੇ ਗੁਰੂ ਚਰਨਾਂ ਦੇ ਵਿੱਚ ਝੁਕ ਕੇ ਅਰਦਾਸ ਕਰੀਏ, ਮੇਰੇ ਮਾਲਕ ਕਿਰਪਾ ਕਰ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।